ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਨੌਜਵਾਨਾਂ ਦੀ ਮੰਗ ਦੇ ਉੱਤੇ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਵਾਸਤੇ ਜਾ ਰਹੇ ਹਾਂ, ਜਿਹੜਾ ਦੇ ਵਿੱਚ ਸਵਾਲ ਜਵਾਬ ਕੀਤੇ ਜਾਇਆ ਕਰਨਗੇ ਗੁਰਬਾਣੀ ਨਾਲ, ਇਤਿਹਾਸ ਨਾਲ ਸੰਬੰਧਿਤ ਅਤੇ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਕਿ ਗੁਰਬਾਣੀ ਦੇ ਚਾਨਣ ਵਿੱਚ ਕਿਵੇਂ ਜੀਵਨ ਬਤੀਤ ਕੀਤਾ ਜਾਵੇ ਉਹਦੇ ਨਾਲ ਸੰਬੰਧਿਤ ਸੰਖੇਪ ਸਵਾਲ ਕਰਕੇ ਤੁਸੀਂ ਭੇਜ ਸਕਦੇ ਹੋ। ਇਹਦਾ ਕਾਰਨ ਮੈਂ ਇਹ ਮਹਿਸੂਸ ਕੀਤਾ ਹੈ ਕਿ ਸਾਡੇ ਗੁਰਦੁਆਰਿਆਂ 'ਚ ਕੋਈ ਵੀ ਇਹੋ ਜਿਹਾ ਪ੍ਰਬੰਧ ਨਹੀਂ ਹੈ ਜਿੱਥੇ ਨੌਜਵਾਨਾਂ ਦੇ ਮਨ ਦੇ ਸ਼ੰਕੇ ਦੂਰ ਕਰਨ ਵਾਸਤੇ ਸਵਾਲਾਂ ਦੇ ਜਵਾਬ ਦਿੱਤੇ ਜਾਣ। ਬਹੁਤੀਆਂ ਥਾਵਾਂ 'ਤੇ ਤਾਂ ਸਵਾਲ ਕਰਨ ਦੀ ਇਜਾਜ਼ਤ ਹੀ ਨਹੀਂ ਹੈ, ਉਹਨਾਂ ਨੂੰ ਸ਼ਰਧਾ ਰੱਖਣ ਵਾਸਤੇ ਹੀ ਆਖਿਆ ਜਾਂਦਾ ਹੈ, ਜਦੋਂ ਕਿ ਸ਼ਰਧਾ ਅਗਿਆਨਤਾ ਦਾ ਹੀ ਦੂਜਾ ਨਾਮ ਹੈ। ਅਸੀਂ ਇਸ ਮਾਧਿਅਮ ਦੇ ਰਾਹੀਂ ਆਪਣੀ ਕੋਈ ਵੀ ਸ਼ੰਕਾ, ਕੋਈ ਵੀ ਸਵਾਲ ਬੋਲ ਕੇ ਜਾਂ ਲਿਖ ਕੇ ਮੇਰੇ ਕੋਲ ਤੁਸੀਂ ਭੇਜ ਸਕਦੇ ਹੋ। ਤੇ ਇਹਨਾਂ ਯਾਦ ਰੱਖਣਾ, ਇਹ ਬਹੁਤ ਸੰਖੇਪ ਹੋਣੇ ਚਾਹੀਦੇ ਨੇ। ਵੱਡਾ ਵਿਸਥਾਰ ਵਾਲਾ ਸਵਾਲ ਨਹੀਂ ਹੋਇਆ ਕਰਦਾ, ਸਵਾਲ ਕੇਵਲ ਸੰਖੇਪ ਹੁੰਦਾ ਹੈ। ਤੇ ਅਸੀਂ ਇੱਥੇ ਇੱਕ WhatsApp ਨੰਬਰ ਤੁਹਾਡੇ ਸਾਹਮਣੇ ਦੇ ਰਹੇ ਹਾਂ। ਇਸ WhatsApp ਨੰਬਰ ਤੇ ਬੋਲ ਕੇ ਜਾਂ ਲਿਖ ਕੇ ਤੁਸੀਂ ਸਵਾਲ ਭੇਜਣਾ ਹੈ। ਪਰ ਇਹ ਯਾਦ ਰੱਖਣਾ ਕਿ ਇਸ WhatsApp ਨੰਬਰ ਤੇ ਫੋਨ ਕਰਨ ਦੀ ਖੇਚਲ ਨਾ ਕੀਤੀ ਜਾਵੇ, ਕਿਉਂਕਿ ਫੋਨ ਕੋਈ ਅਟੈਂਡ ਨਹੀਂ ਕਰ ਸਕੇਗਾ। ਤੋ ਆਪਾਂ ਸੋਸ਼ਲ ਮੀਡੀਆ ਦਾ ਵੱਧ ਤੋਂ ਵੱਧ ਫਾਇਦਾ ਉਠਾਈਏ, ਘਰ ਘਰ ਬੈਠਿਆਂ ਨੂੰ ਸਵਾਲਾਂ ਦੇ ਜਵਾਬ ਮਿਲ ਸਕਣ। ਮੈਂ ਪਿਛਲੇ 45 ਸਾਲ ਤੋਂ ਗੁਰਬਾਣੀ ਦੀ, ਇਤਿਹਾਸ ਦੀ ਸਟੱਡੀ ਕਰਦਾ ਆ ਰਿਹਾ। ਜਿੰਨੀ ਕੁ ਮੇਰੀ ਸਮਝ ਹੈ ਉਹਦੇ ਅਨੁਸਾਰ ਆਪ ਜੀ ਨੂੰ ਜਵਾਬ ਦੇਣ ਦਾ ਉਪਰਾਲਾ ਕਰਾਂਗਾ। ਮੇਰਾ ਇਹ ਕੋਈ ਦਾਅਵਾ ਨਹੀਂ ਕਿ ਮੈਂ ਅੰਤਮ ਸੱਚ ਕਹਿ ਰਿਹਾ। ਜਿਸ ਗੱਲ ਦਾ ਮੈਨੂੰ ਗਿਆਨ ਘੱਟ ਹੋਵੇ ਮੈਂ ਸਾਫ਼ ਕਹਿ ਦਿਆਂਗਾ ਕਿ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ। ਤੁਸੀਂ ਸਵਾਲ ਭੇਜੋ, ਦਾਸ ਵੱਲੋਂ ਜਵਾਬ ਦੇਣ ਦਾ ਪੂਰਾ ਉਪਰਾਲਾ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੜੇ ਲੰਬੇ ਸਮੇਂ ਤੋਂ ਇਹ ਮਹਿਸੂਸ ਕਰਦਾ ਆ ਰਿਹਾ ਕਿ ਸਿੱਖਾਂ ਦੇ ਵਿੱਚ ਕਿਸੇ ਵੀ ਗੁਰਦੁਆਰੇ 'ਚ ਨੌਜਵਾਨਾਂ ਵਾਸਤੇ ਸਵਾਲ ਜਵਾਬ ਦਾ ਕੋਈ ਸਮਾਂ ਨਹੀਂ ਰੱਖਿਆ ਜਾਂਦਾ। ਕਥਾਵਾਚਕ ਕਥਾ ਕਰਕੇ ਚਲੇ ਜਾਂਦੇ ਨੇ, ਪਰ ਕਿਸੇ ਨਾਲ ਸਵਾਲ ਜਵਾਬ ਨਹੀਂ ਕਰਦੇ। ਕੀਰਤਨੀਏ ਕੀਰਤਨ ਕਰਦੇ ਨੇ, ਪਰ ਕੋਈ ਸਵਾਲ ਜਵਾਬ ਨਹੀਂ ਕਰਦੇ। ਇਸੇ ਤਰ੍ਹਾਂ ਸਿਮਰਨ ਕਰਨ ਵਾਲੇ ਆਪਣਾ ਸਿਮਰਨ ਕਰਦੇ ਨੇ, ਵਾਹਿਗੁਰੂ ਜਾਪ ਕਰਦੇ ਨੇ, ਪਰ ਸਵਾਲ ਜਵਾਬ ਨਹੀਂ ਕਰਦੇ। ਸਾਡੇ ਘਰਾਂ 'ਚ ਸਹਿਜ ਪਾਠ ਅਤੇ ਅਖੰਡ ਪਾਠ ਬਹੁਤ ਹੁੰਦੇ ਨੇ, ਪਰ ਕਿਸੇ ਨੂੰ ਮੱਤ ਦੇਣ ਵਾਸਤੇ ਸਵਾਲ ਜਵਾਬ ਨਹੀਂ ਹੁੰਦੇ। ਸਾਡੇ ਗੁਰਦੁਆਰਿਆਂ ਦੇ ਵਿੱਚ ਬਹੁਤ ਸਾਰੇ ਲੈਕਚਰ ਦੇ ਦਿੱਤੇ ਜਾਂਦੇ ਨੇ, ਪਰ ਬਾਅਦ ਦੇ ਵਿੱਚ ਸਵਾਲ ਜਵਾਬ ਨਹੀਂ ਕੀਤੇ ਜਾਂਦੇ। ਤੋ ਰਾਜਨੀਤਿਕ ਤੌਰ 'ਤੇ ਗੁਰਦੁਆਰਿਆਂ ਦੀ ਵਰਤੋਂ ਵੀ ਕਰ ਲਈ ਜਾਂਦੀ ਹੈ, ਪਰ ਨੌਜਵਾਨਾਂ ਨੂੰ ਸਵਾਲ ਜਵਾਬ ਕਰਨ ਦੀ ਕਿਧਰੇ ਵੀ ਇਜਾਜ਼ਤ ਨਹੀਂ ਹੈ। ਨਗਰ ਕੀਰਤਨ, ਪੰਜ ਪਿਆਰੇ, ਖੰਡੇ ਕੀ ਪਹੁਲ, ਬਹੁਤ ਕੁਝ ਹੁੰਦਾ ਹੈ, ਪਰ ਸਵਾਲ ਜਵਾਬ ਦਾ ਸਮਾਂ ਨੌਜਵਾਨਾਂ ਵਾਸਤੇ ਕਿਧਰੇ ਵੀ ਨਹੀਂ ਰੱਖਿਆ ਜਾਂਦਾ। ਸੋ ਮੈਂ ਕੋਸ਼ਿਸ਼ ਕਰ ਰਿਹਾ ਆਪਣੀ ਤੁੱਛ ਬੁੱਧੀ ਅਨੁਸਾਰ, ਜੋ ਨੌਜਵਾਨਾਂ ਵੱਲੋਂ, ਗੁਰਸਿੱਖ ਮਾਈ ਭਾਈ ਵੱਲੋਂ ਸਵਾਲ ਆ ਰਹੇ ਨੇ, ਉਹਨਾਂ ਦੇ ਜਵਾਬ ਦੇਣ ਦਾ ਉਪਰਾਲਾ ਕਰਾਂਗਾ। ਤੇ ਇਹਦੇ ਵਿੱਚ ਮੇਰਾ ਇਹ ਕੋਈ ਦਾਅਵਾ ਨਹੀਂ ਹੈ ਕਿ ਮੈਂ 100% ਸਹੀ ਜਵਾਬ ਦੇਵਾਂਗਾ। ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸਾਰਿਆਂ 'ਚ ਹੋ ਸਕਦੀਆਂ ਨੇ, ਮੇਰੇ 'ਚ ਵੀ ਇਹ ਕਮੀ ਹੋ ਸਕਦੀ ਹੈ, ਪਰ ਆਪਣੇ ਵੱਲੋਂ ਮੈਂ ਪੂਰਾ ਯਤਨ ਕਰਾਂਗਾ ਕਿ ਜਿੰਨਾ ਜ਼ਿੰਦਗੀ ਦਾ ਪਿਛਲੇ ਸਮੇਂ 'ਚ ਮੈਂ ਗੁਰਬਾਣੀ ਪੜ੍ਹ ਕੇ, ਇਤਿਹਾਸ ਪੜ੍ਹ ਕੇ ਅਤੇ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਵੇਖ ਕੇ ਜੋ ਕੁਝ ਸਿੱਖਿਆ ਉਹ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਵੇ। ਬਹੁਤ ਸਾਰੇ ਲਗਾਤਾਰ ਸਵਾਲ ਨੌਜਵਾਨਾਂ ਵੱਲੋਂ ਆ ਰਹੇ ਨੇ ਤੇ ਉਹਨਾਂ ਦੇ ਜਵਾਬ ਦੇਣ ਦਾ ਮੈਂ ਯਤਨ ਕਰਾਂਗਾ। ਸੰਗੀ ਸਾਥੀਆਂ ਨਾਲ ਰਲ ਕੇ ਇਹਦਾ ਹੋਰ ਵੀ ਵੱਡੇ ਪੱਧਰ 'ਤੇ ਉਪਰਾਲਾ ਕੀਤਾ ਜਾਵੇ, ਇਹਦੇ ਲਈ ਯਤਨ ਜਾਰੀ ਰਹੇਗਾ। ਤੁਸੀਂ ਸਵਾਲ ਭੇਜਣੇ ਸੰਖੇਪ ਦੇ ਵਿੱਚ, ਜੋ ਕਿ ਨੰਬਰ ਦਿੱਤਾ ਗਿਆ ਹੈ, ਬੋਲ ਕੇ ਜਾਂ ਲਿਖ ਕੇ, ਤੇ ਜੋ ਮੈਂ ਤੁਹਾਨੂੰ ਦੱਸਾਂਗਾ ਉਹ ਠੀਕ ਲੱਗਿਆ ਪ੍ਰਵਾਨ ਕਰਿਓ, ਨਾ ਠੀਕ ਲੱਗਿਆ ਉਹਨੂੰ ਰੱਦ ਕਰ ਦਿਓ। ਤੇ ਇਹਦੇ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਕਿਉਂਕਿ 100% ਤਾਂ ਕੋਈ ਵੀ ਠੀਕ ਹੋ ਹੀ ਨਹੀਂ ਸਕਦਾ। ਤੇ ਮੈਂ ਹੁਣ ਇੱਕ ਇੱਕ ਕਰਕੇ ਅੱਗੋਂ ਸਵਾਲ ਪੜ੍ਹ ਕੇ ਸੁਣਾਵਾਂਗਾ ਤੇ ਨਾਲ ਨਾਲ ਜਵਾਬ ਦੇਣ ਦਾ ਯਤਨ ਕਰਾਂਗਾ। ਸਵਾਲ ਨੰਬਰ 1, ਕੀ ਗੁਰੂ ਗੋਬਿੰਦ ਸਿੰਘ ਜੀ ਨੇ ਧਾਰਮਿਕ ਬਾਣਾ ਦਿੱਤਾ ਸੀ ਸਿੱਖਾਂ ਨੂੰ? ਇਹ ਇੱਕ ਸਵਾਲ ਆਇਆ ਹੈ। ਮੈਂ ਬੇਨਤੀ ਕਰਦਾ ਕਿ ਗੁਰੂ ਗੋਬਿੰਦ ਸਿੰਘ ਨੇ ਧਾਰਮਿਕ ਬਾਣਾ ਨਹੀਂ ਸੀ ਦਿੱਤਾ, ਬਲਕਿ ਉਹਨਾਂ ਨੇ ਫੌਜ ਵਿੱਚ ਭਰਤੀ ਹੋਣ ਵਾਸਤੇ ਸਾਨੂੰ ਇੱਕ ਵਰਦੀ ਦਿੱਤੀ ਸੀ।
क्योंकि उदों हत्थों हत्थी एक दूजे ਦੇ ਨੇੜੇ ਹੋ ਕੇ ਲੜਾਈ ਲੜੀ ਜਾਂਦੀ ਸੀ ਤੇ ਉਸ ਲੜਾਈ ਦੇ ਵਿੱਚ ਆਪੋ ਆਪਣੀ ਵੱਖੋ ਵੱਖਰੀ ਲੋਕਾਂ ਦੀ ਦੁਸ਼ਮਣ ਦੀ ਦੋਸਤ ਦੀ ਪਛਾਣ ਵਾਸਤੇ ਵੱਖਰੀ ਵਰਦੀ ਵੱਖਰਾ ਪਹਿਰਾਵਾ ਹੋਣਾ ਜ਼ਰੂਰੀ ਸੀ। ਜੋ ਪੰਜ ਕਕਾਰ ਨੇ ਇਹ ਧਾਰਮਿਕ ਵਰਦੀ ਨਹੀਂ ਹੈ, ਇਹ ਸਗੋਂ ਫੌਜ ਦੀ ਵਰਦੀ ਹੈ। ਅੱਜ ਵੀ ਫੌਜ ਦੇ ਵਿੱਚ ਪੁਲਿਸ ਦੇ ਵਿੱਚ ਸਰਕਾਰਾਂ ਵੱਲੋਂ ਵਰਦੀਆਂ ਨਿਸ਼ਚਿਤ ਨੇ ਤੇ ਇਹ ਕੇਵਲ ਫੌਜ ਦੇ ਵਿੱਚ ਭਰਤੀ ਕਰਨ ਹੋਣ ਵਾਲਿਆਂ ਵਾਸਤੇ ਜ਼ਰੂਰੀ ਸੀ ਤੇ ਆਮ ਸਿੱਖਾਂ ਵਾਸਤੇ ਇਹ ਵਰਦੀ ਪਹਿਨਣੀ ਕੋਈ ਜ਼ਰੂਰੀ ਨਹੀਂ ਸੀ। ਤੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਭਰਾ ਇਹ ਕਹਿੰਦੇ ਨੇ ਕਿ ਸਿੱਖ ਧਰਮ ਦੇ ਵਿੱਚ ਦਾਖਲ ਹੋਣ ਵਾਸਤੇ ਖੰਡੇ ਕੀ ਪਹੁਲ ਲੈਣੀ ਜ਼ਰੂਰੀ ਹੈ, ਸਿੱਖ ਧਰਮ ਦੇ ਵਿੱਚ ਦਾਖਲ ਹੋਣ ਵਾਸਤੇ ਨਹੀਂ, ਸਗੋਂ ਸਿੱਖਾਂ ਦੀ ਫੌਜ ਦੇ ਵਿੱਚ ਭਰਤੀ ਹੋਣ ਵਾਸਤੇ ਖੰਡੇ ਕੀ ਪਹੁਲ ਸੀ। ਅੱਜ ਭਾਰਤ ਸਰਕਾਰ ਦੇ ਰਾਹੀਂ ਸਾਡੀ ਰਾਖੀ ਕੀਤੀ ਜਾ ਰਹੀ ਹੈ। ਹੁਣ ਧਿਆਨ ਰਵੇ, ਸਿੱਖ ਆਪਣੀ ਵੱਖਰੀ ਫੌਜ ਨਹੀਂ ਰੱਖ ਸਕਦੇ। ਹਾਂ, ਕਿਸੇ ਨੇ ਆਪਣੀ ਖੁਸ਼ੀ ਦੇ ਵਿੱਚ ਪੰਜ ਕਕਾਰ ਧਾਰਨ ਕਰਨੇ ਨੇ, ਉਹ ਖੁਸ਼ੀ ਨਾਲ ਧਾਰਨ ਕਰ ਸਕਦਾ ਹੈ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਸਵਾਲ ਨੰਬਰ 2, ਕੀ ਗੁਰਬਾਣੀ ਵਿੱਚ ਮਾਸ ਖਾਣਾ ਪ੍ਰਵਾਨ ਹੈ? ਜੇ ਗੁਰਬਾਣੀ ਵਿੱਚ ਮਾਸ ਖਾਣ ਦੀ ਪ੍ਰਵਾਨਗੀ ਹੈ ਤਾਂ ਗੁਰਦੁਆਰਿਆਂ ਦੇ ਵਿੱਚ ਮਾਸ ਕਿਉਂ ਨਹੀਂ ਬਣਾਇਆ ਜਾਂਦਾ? ਗੁਰਬਾਣੀ ਵਿੱਚ ਮਾਸ ਦੀ ਕੋਈ ਮਨਾਹੀ ਨਹੀਂ ਹੈ, ਸਗੋਂ ਸਾਰੀ ਦੁਨੀਆ ਦੇ ਲੋਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਸ ਖਾ ਰਹੇ ਨੇ। ਪਰ ਗੁਰਦੁਆਰਿਆਂ ਦੇ ਵਿੱਚ ਮਾਸ ਦਾ ਇਸਤੇਮਾਲ ਇਸ ਕਰਕੇ ਨਹੀਂ ਕੀਤਾ ਜਾਂਦਾ ਕਿਉਂਕਿ ਇੱਥੇ ਬਹੁਤ ਤਰ੍ਹਾਂ ਦੇ ਲੋਕ ਆਉਂਦੇ ਨੇ ਜਿਹੜੇ ਕਿ ਮਾਸ ਨਹੀਂ ਖਾਂਦੇ ਤੇ ਉਹਨਾਂ ਵਾਸਤੇ ਫਿਰ ਲੰਗਰ ਛਕਣਾ ਦੁਸ਼ਵਾਰ ਹੋ ਜਾਂਦਾ ਹੈ। ਤੇ ਹੁਣ ਤੇ ਇਹ ਵੀ ਜ਼ਰੂਰ ਧਿਆਨ ਰਵੇ ਕਿ ਹਜੂਰ ਸਾਹਿਬ ਬੱਕਰੇ ਵੱਢ ਕੇ ਮਾਸ ਤਿਆਰ ਕੀਤਾ ਜਾਂਦਾ ਹੈ ਤੇ ਨਿਹੰਗ ਸਿੰਘ ਜਥੇਬੰਦੀਆਂ ਖਾਸ ਕਰਕੇ ਉਹ ਚੱਲਦਾ ਵਹੀਰ ਤਖਤ ਪੰਜਵਾਂ ਆਪਣੇ ਆਪ ਨੂੰ ਕਹਿੰਦੇ ਨੇ, ਦਮਦਮਾ ਸਾਹਿਬ ਤਲਵੰਡੀ ਸਾਬੋ ਉਹਨਾਂ ਦਾ ਹੈੱਡਕੁਆਟਰ ਹੈ, ਉਹ ਵੀ ਸ਼ਰੇਆਮ ਬੱਕਰੇ ਵੱਢ ਕੇ ਮਾਸ ਖਾਂਦੇ ਨੇ ਤੇ ਉਹਨਾਂ ਨੂੰ ਕੋਈ ਤਖਤਾਂ ਦੇ ਜਥੇਦਾਰ ਅਤੇ ਹੋਰ ਜਥੇਬੰਦੀ ਉਹਨਾਂ ਤੇ ਕੋਈ ਪਾਬੰਦੀ ਨਹੀਂ ਲਾਉਂਦੀ। ਸੋ ਮਾਸ ਦਾ ਝਮੇਲਾ ਬਹੁਤ ਵੱਡਾ ਉਛਾਲਿਆ ਗਿਆ, ਇਹਦੀ ਜ਼ਰੂਰਤ ਨਹੀਂ ਸੀ। ਜਿਸ ਦਾ ਦਿਲ ਕਰਦਾ ਮਾਸ ਖਾਓ, ਜਿਸ ਦਾ ਦਿਲ ਕਰਦਾ ਨਾ ਖਾਓ। ਅਸਲ ਦੇ ਵਿੱਚ ਪਾਪ ਕਰਮ ਕਰਨ ਤੋਂ ਰੋਕਣ ਵਾਸਤੇ ਹੋਰ ਬੜੇ ਢੰਗ ਨੇ। ਜਿਹੜਾ ਬੰਦਾ ਮਾਸ ਤੇ ਨਹੀਂ ਖਾਂਦਾ ਪਰ ਪਾਪ ਕਰਮ ਹੋਰ ਬਹੁਤ ਕਰੀ ਜਾਂਦਾ, ਕੀ ਉਹਨੂੰ ਆਪਾਂ ਧਰਮੀ ਮੰਨ ਲਵਾਂਗੇ? ਸੋ ਇਨਸਾਨ ਨੇ ਜ਼ੁਲਮ ਤੋਂ, ਪਾਪ ਤੋਂ, ਬੇਈਮਾਨੀ ਤੋਂ, ਚੋਰੀ ਠੱਗੀ ਤੋਂ ਬਚਣਾ ਹੈ। ਮਾਸ ਜੇ ਨਹੀਂ ਕੋਈ ਖਾਣਾ ਚਾਹੁੰਦਾ ਨਾ ਖਾਵੇ, ਜੇ ਖਾਣਾ ਚਾਹੁੰਦਾ ਖਾਵੇ। ਇਹ ਆਪੋ ਆਪਣਾ ਸਿਹਤ ਦਾ ਅਤੇ ਸੁਭਾਅ ਦਾ ਫੈਸਲਾ ਹੈ। ਕਿਸੇ ਤੇ ਜ਼ਬਰਦਸਤੀ ਕੋਈ ਵੀ ਹੁਕਮ ਇਸ ਤਰ੍ਹਾਂ ਦਾ ਲਾਗੂ ਨਾ ਕੀਤਾ ਜਾਵੇ। ਸਵਾਲ ਨੰਬਰ 3, ਕੀ ਮਰਗਤ ਤੇ ਪਾਠ ਕਰਾਉਣਾ ਜ਼ਰੂਰੀ ਹੈ? ਗੁਰਬਾਣੀ ਦੇ ਵਿੱਚ ਕਿਸੇ ਪ੍ਰਾਣੀ ਦੇ ਮਰਨ ਤੇ ਪਾਠ ਕਰਾਉਣ ਦੀ ਕੋਈ ਹਦਾਇਤ ਨਹੀਂ ਆਉਂਦੀ। ਰਹਿਤ ਮਰਿਆਦਾ ਦੇ ਵਿੱਚ ਇਹੋ ਜਿਹਾ ਕੁਝ ਬਹੁਤ ਲਿਖ ਦਿੱਤਾ ਗਿਆ ਜਿਹੜਾ ਕਿ ਰਹਿਤ ਮਰਿਆਦਾ ਨੂੰ ਵੀ ਸੋਧਣ ਦੀ ਲੋੜ ਹੈ। ਇਹ ਜਿਹੜਾ ਪਾਠ ਕਰਦੇ ਆ ਇਹਦਾ ਭਾਵ ਅਰਦਾਸ ਕਰਕੇ ਮਨ ਦੇ ਵਿੱਚ ਇਹ ਭਰਮ ਪਾਲ ਲਿਆ ਜਾਂਦਾ ਹੈ ਕਿ ਮਰ ਗਏ ਪ੍ਰਾਣੀ ਨੂੰ ਕਿਤੇ ਅੱਗੇ ਜਾ ਕੇ ਇਹਦਾ ਫਲ ਮਿਲੇਗਾ, ਜਦੋਂ ਕਿ ਗੁਰਬਾਣੀ ਤਾਂ ਸਾਫ਼ ਕਹਿ ਰਹੀ ਹੈ, ਜੀਵਤ ਪਿਤਰ ਨ ਮਾਨੈ ਕੋਊ ਮੂੰਹ ਸਰਾਧ ਕਰਾਹੀ, ਪਿਤਰ ਭੀ ਬੱਪਰੇ ਕਹੁ ਕਿਉਂ ਪਾਵੈ ਕਊਆ ਕੂਕਰ ਖਾਹੀ। ਮਰ ਗਏ ਪ੍ਰਾਣੀ ਨਿਮਿਤ ਪਾਠ ਕਰਾਉਣਾ ਜਾਂ ਦਾਨ ਪੁੰਨ ਕਰਨਾ ਕਿਸੇ ਲੇਖੇ ਵਿੱਚ ਨਹੀਂ ਹੈ, ਉਹ ਉਹਦੇ ਤੱਕ ਨਹੀਂ ਪਹੁੰਚਦਾ। ਇਹ ਕੇਵਲ ਪੁਜਾਰੀਵਾਦ ਦਾ ਭਰਮ ਹੈ ਕਿਉਂਕਿ ਪੁਜਾਰੀ ਦਾਨ ਪੁੰਨ ਲੈਂਦੇ ਨੇ, ਉਹਨਾਂ ਨੂੰ ਬਹੁਤ ਸਾਰੀ ਆਮਦਨ ਭੇਟਾ ਮਿਲ ਜਾਂਦੀ ਹੈ। ਤੋ ਸਗੋਂ ਗੁਰਬਾਣੀ ਤਾਂ ਕਹਿੰਦੀ ਹੈ, ਜੇ ਮੁਹਾਕਾ ਘਰ ਮੁਹੈ ਘਰ ਮੈਂ ਪਿਤਰੀ ਦੇ ਅੱਗੇ ਵਸਤ ਸਿਆਣੀ ਹੈ ਪਿਤਰੀ ਚੋਰ ਕਰੇ। ਇਹ ਸ਼ਬਦ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦੀ ਇਹੀ ਭਾਵਨਾ ਹੈ ਕਿ ਮਰ ਗਏ ਪ੍ਰਾਣੀ ਨਿਮਿਤ ਕਿਸੇ ਚੀਜ਼ ਦੀ ਦਾਨ ਪੁੰਨ ਦੀ ਜਾਂ ਪਾਠ ਦੀ ਕੋਈ ਜ਼ਰੂਰਤ ਨਹੀਂ ਹੈ। ਆਪਣੀ ਜ਼ਿੰਦਗੀ ਨੂੰ ਸੁਚੱਜਾ ਸੋਹਣਾ ਅਸੀਂ ਬਣਾਉਣਾ ਹੈ। ਮਰ ਗਿਆ ਪ੍ਰਾਣੀ ਆਪਣੀ ਜ਼ਿੰਦਗੀ 'ਚ ਜਿਹੜਾ ਕੁਝ ਕਰ ਗਿਆ ਉਹੀ ਉਹਨੇ ਆਪਣੀ ਜ਼ਿੰਦਗੀ ਦਾ ਫੈਸਲਾ ਲਿਆ ਸੀ। ਉਹਨੇ ਚੰਗੇ ਕੰਮ ਕਰਨੇ ਨੇ ਕਿ ਮਾੜੇ ਕਰਨੇ ਨੇ, ਉਸੇ ਦੀ ਸੋਭਾ ਹੋਣੀ ਹੈ ਮਰੇ ਤੋਂ ਬਾਅਦ ਇਹ ਸਮਾਜ ਦੇ ਵਿੱਚ ਕਿ ਉਹਨੇ ਜੇ ਚੰਗੇ ਕੰਮ ਕੀਤੇ ਨੇ ਲੋਕੀ ਸਤਿਕਾਰ ਨਾਲ ਯਾਦ ਕਰਨਗੇ, ਜੇ ਮਾੜੇ ਕੰਮ ਕੀਤੇ ਨੇ ਤਾਂ ਉਹਦਾ ਮਰਨ ਤੋਂ ਬਾਅਦ ਵੀ ਅਪਮਾਨ ਹੁੰਦਾ ਰਹੇਗਾ। ਜਿਵੇਂ ਕਿ ਆਪਾਂ ਇਤਿਹਾਸ ਦੇ ਵਿੱਚੋਂ ਪੜ੍ਹ ਕੇ ਮਾਣ ਜਾਂ ਅਪਮਾਨ ਬਾਰੇ ਅਕਸਰ ਗੱਲਾਂ ਕਰਦੇ ਹਾਂ। ਉਹਨਾਂ ਦਾ ਇਸ ਜਨਮ ਤੋਂ ਬਾਅਦ ਹੋਰ ਕਿਤੇ ਕੁਝ ਨਹੀਂ ਜਾਂਦਾ ਆਉਂਦਾ, ਬਲਕਿ ਇਸੇ ਜਨਮ ਦੇ ਵਿੱਚ ਜੋ ਕੁਝ ਕਰਨਾ ਹੈ ਅਸੀਂ ਕਰਨਾ ਹੈ। ਤੇ ਇਹ ਬਾਕੀ ਪੁਜਾਰੀਆਂ ਨੇ ਜਾਲ ਫੈਲਾਇਆ ਹੋਇਆ ਸਾਨੂੰ ਲੁੱਟਣ ਵਾਸਤੇ। ਸਵਾਲ ਨੰਬਰ 4, ਕਿ ਗੁਰਦੁਆਰੇ ਦੇ ਵਿੱਚ ਗ੍ਰੰਥੀ ਸਿੰਘ ਦੀ ਕੀ ਡਿਊਟੀ ਹੈ?
ਗੁਰੂ ਪਿਆਰ ਵਾਲਿਓ, ਗੁਰਦੁਆਰਾ ਇੱਕ ਸਕੂਲ ਹੋਣਾ ਚਾਹੀਦਾ ਸੀ ਜੋ ਕਿ ਨਹੀਂ ਬਣ ਸਕਿਆ। ਇੱਥੇ ਪਹਿਲੀ ਗੱਲ ਤਾਂ ਗੁਰਦੁਆਰੇ ਦਾ ਜਿਹੜਾ ਸਿਸਟਮ ਹੈ, ਪ੍ਰਬੰਧਕੀ ਢਾਂਚਾ ਹੈ, ਇਹ ਬਹੁਤ ਉਲਝ ਚੁੱਕਿਆ ਹੋਇਆ ਹੈ। ਏਡੇ ਮਹਿੰਗੇ ਗੁਰਦੁਆਰੇ ਬਣਾਉਣ ਦੀ, ਸੋਨਾ ਤੇ ਪੱਥਰ ਆਦਿਕ ਲਾਉਣ ਦੀ ਇਹਦੀ ਉੱਕਾ ਹੀ ਜ਼ਰੂਰਤ ਨਹੀਂ ਸੀ। ਗੁਰੂ ਗ੍ਰੰਥ ਸਾਹਿਬ ਨੂੰ ਵੀ ਬੇਅੰਤ ਤਰ੍ਹਾਂ ਦੇ ਰਮਾਲੇ, ਪਾਲਕੀਆਂ ਅਤੇ ਹੋਰ ਬਹੁਤ ਕੁਝ ਸਜਾ ਕੇ ਰੱਖਿਆ ਜਾਂਦਾ ਹੈ। ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਸੀ, ਬਲਕਿ ਸਾਦਗੀ ਦੇ ਢੰਗ ਨਾਲ ਇੱਕ ਥਾਂ ਤੇ ਇਕੱਠੇ ਹੋ ਕੇ ਸਿੱਖਾਂ ਨੇ ਗੁਰੂ ਦੀ ਬਾਣੀ ਤੋਂ ਅਗਵਾਈ ਸਿੱਖਿਆ ਲੈਣੀ ਸੀ, ਨਾ ਕਿ ਇਹ ਪੂਜਾ ਦਾ ਅਸਥਾਨ ਸੀ। ਸਕੂਲ ਵਾਂਗ, ਕਾਲਜ ਵਾਂਗ ਇੱਥੇ ਸਾਰੀ ਸੰਗਤ ਜਾਂਦੀ, ਭਾਵੇਂ ਹਫ਼ਤੇ 'ਚ ਇੱਕ ਦਿਨ, ਭਾਵੇਂ ਮਹੀਨੇ 'ਚ ਇੱਕ ਦੋ ਵਾਰੀ, ਇਹ ਆਪਣੀ ਸਹੂਲਤ ਦੇ ਮੁਤਾਬਕ ਸਮਾਂ ਘੱਟ ਵੱਧ ਕੀਤਾ ਜਾ ਸਕਦਾ ਹੈ। ਤੇ ਉੱਥੇ ਤਾਂ ਸਾਨੂੰ ਸਿੱਖਿਆ ਮਿਲਣੀ ਚਾਹੀਦੀ ਸੀ, ਗੁਰਬਾਣੀ ਦੇ ਨਾਲ ਨਾਲ ਸਮਾਜ ਦੀ ਸਿੱਖਿਆ, ਸਾਨੂੰ ਜ਼ਿੰਦਗੀ ਜਿਉਣ ਦੇ ਢੰਗ ਤਰੀਕੇ, ਖਾਣ ਪੀਣ ਪਹਿਨਣ ਦੇ ਢੰਗ ਤਰੀਕੇ, ਉੱਠਣ ਬੈਠਣ ਬੋਲਣ ਦੇ ਢੰਗ ਤਰੀਕੇ, ਇਹ ਸਾਰੇ ਤੌਰ ਤਰੀਕੇ ਜ਼ਿੰਦਗੀ ਦੇ ਸਾਨੂੰ ਗੁਰਦੁਆਰੇ ਦੇ ਵਿੱਚ ਗ੍ਰੰਥੀ ਸਿੰਘ ਨੇ ਸਿਖਾਉਣੇ ਸੀ। ਪਰ ਉਹ ਤਾਂ ਸਿਖਾਵੇਗਾ ਜੇ ਉਹ ਆਪ ਪਹਿਲਾਂ ਕਿਤੋਂ ਸਿਖਲਾਈ ਲੈ ਕੇ ਆਇਆ ਹੈ, ਜੇ ਉਹਨੂੰ ਪਿੰਡ ਵਾਲਿਆਂ ਨੇ ਕੋਈ ਚੰਗੀ ਤਨਖਾਹ ਆਦਿਕ ਦਿੱਤੀ ਹੈ, ਤੇ ਜੇ ਉਹ ਸੱਚਮੁੱਚ ਇਹਦੀਆਂ ਸ਼ਰਤਾਂ ਪੂਰੀਆਂ ਕਰਕੇ ਯੋਗਤਾ ਦੇ ਨਾਲ ਅੱਗੇ ਆਇਆ ਤੇ ਸਮਾਜ ਦੀ ਤੇ ਪਿੰਡ ਦੀ ਉਹ ਸੇਵਾ ਕਰ ਸਕਦਾ ਹੈ। ਪਰ ਅਫਸੋਸ ਕਿ ਇਸ ਤਰ੍ਹਾਂ ਦਾ ਗੁਰਦੁਆਰੇ ਦੇ ਵਿੱਚ ਪ੍ਰਬੰਧ ਅਜੇ ਤੱਕ ਉਸਾਰਿਆ ਨਹੀਂ ਗਿਆ। ਇਹਨਾਂ ਨੂੰ ਪੂਜਾ ਦਾ ਅਸਥਾਨ ਬਣਾ ਲਿਆ। ਪ੍ਰਬੰਧਕਾਂ ਪ੍ਰਧਾਨਾਂ ਨੇ ਗੋਲਕਾਂ ਭਰ ਕੇ ਨਜਾਇਜ਼ ਵਰਤ ਲਈਆਂ ਤੇ ਸਿੱਖਾਂ ਨੂੰ, ਸਮਾਜ ਨੂੰ ਜੋ ਗਿਆਨ ਗੁਰਬਾਣੀ ਦਾ ਮਿਲਣਾ ਸੀ ਉਹ ਨਹੀਂ ਮਿਲ ਰਿਹਾ। ਇਹ ਬਹੁਤ ਦੁਖਦਾਈ ਪਹਿਲੂ ਹੈ। ਇਸੇ ਕਰਕੇ ਸਿੱਖਾਂ ਦਾ ਪੱਧਰ, ਮਾਨਸਿਕ ਪੱਧਰ ਨੀਵੇਂ ਤੋਂ ਨੀਵਾਂ ਹੁੰਦਾ ਜਾ ਰਿਹਾ ਹੈ। ਇਸ ਪਾਸੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ। 5 ਨੰਬਰ ਸਵਾਲ ਹੈ ਕਿ ਕਿਸਮਤ ਵਿੱਚ ਜੋ ਲਿਖਿਆ ਹੈ ਕੀ ਉਹੀ ਮਿਲਦਾ ਹੈ, ਫਿਰ ਮਿਹਨਤ ਦੀ ਕੋਈ ਲੋੜ ਨਹੀਂ ਹੈ? ਗੁਰੂ ਪਿਆਰ ਵਾਲਿਓ, ਮਿਹਨਤ ਦੀ ਲੋੜ ਹੈ, ਅਕਲ ਦੀ ਵੀ ਲੋੜ ਹੈ, ਤੇ ਸਾਨੂੰ ਲਗਾਤਾਰ ਵਿਕਾਸ ਕਰਦੇ ਰਹਿਣ ਦੀ ਲੋੜ ਹੈ। ਇੱਥੇ ਇਸ ਨੌਜਵਾਨ ਨੇ ਇੱਕ ਗੁਰਬਾਣੀ ਦੀ ਪੰਕਤੀ ਵੀ ਦਿੱਤੀ ਹੈ ਕਿ ਸਾਡੇ ਪ੍ਰਚਾਰਕ ਸਾਨੂੰ ਇਹ ਪੜ੍ਹ ਕੇ ਸੁਣਾ ਦਿੰਦੇ ਨੇ ਕਿ ਬੰਦਾ ਜਿੱਥੇ ਵੀ ਜਾਂਦਾ ਹੈ ਉਹਦੀ ਖੁਰਾਕ, ਅੰਨ ਦਾਣਾ ਆਦਿਕ ਜਿੱਥੇ ਜਿੱਥੇ ਲਿਖਿਆ ਹੋਇਆ ਹੈ ਪਰਮਾਤਮਾ ਨੇ, ਉੱਥੇ ਉਹਨੂੰ ਖਾਣਾ ਪੈਂਦਾ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਇਹ ਪੰਕਤੀ ਪੜ੍ਹ ਕੇ ਸਾਨੂੰ ਸੁਣਾ ਦਿੱਤੀ ਜਾਂਦੀ ਹੈ, ਪਰ ਇਹ ਸਾਰੀ ਪੰਕਤੀ ਨਹੀਂ ਪੜ੍ਹੀ ਜਾਂਦੀ। ਅਸਲ ਦੇ ਵਿੱਚ ਸਾਰੀ ਪੰਕਤੀ ਕੁਝ ਹੋਰ ਹੈ। ਉੱਥੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਇਹਦਾ ਭਾਵ ਸੀ ਕਿ ਭਾਈ ਤੁਸੀਂ ਆਪਣੇ ਪੇਟ ਪੂਰਤੀ ਵਾਸਤੇ ਕਿਸੇ ਦੇ ਗੁਲਾਮ ਬਣ ਗਏ, ਤੁਹਾਡੀ ਅਣਖ ਮਰ ਗਈ, ਤੁਹਾਡੇ ਮਾਨੋ ਨੱਕ ਦੇ ਵਿੱਚ ਨੱਥ ਪੈ ਗਈ ਤੇ ਕਿਸੇ ਮਾਲਕ ਨੇ ਤੁਹਾਨੂੰ ਕਾਬੂ ਕਰ ਲਿਆ। ਤੁਸੀਂ ਆਪਣੇ ਭਲੇ ਵਾਸਤੇ ਕੰਮ ਨਹੀਂ ਕਰ ਰਹੇ, ਬਲਕਿ ਦੂਜੇ ਦੇ ਭਲੇ ਵਾਸਤੇ ਕੰਮ ਕਰ ਰਹੇ ਹੋ। ਰੋਟੀ ਵਾਸਤੇ, ਪੇਟ ਪੂਰਤੀ ਵਾਸਤੇ ਤੁਸੀਂ ਕਿਸੇ ਵੀ ਥਾਂ ਤੇ ਜਾਣ ਨੂੰ ਤਿਆਰ ਹੋ ਜਾਂਦੇ ਹੋ। ਤੇ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਤੁਸੀਂ ਕਿਰਤ ਵਾਸਤੇ ਥਾਂ ਥਾਈਂ ਧੱਕੇ ਖਾਂਦੇ ਫਿਰਦੇ ਹੋ। ਤੇ ਫਿਰ ਤੁਹਾਨੂੰ ਕਿਰਤ ਵਾਸਤੇ ਜਿੱਥੇ ਵੀ ਕਿਤੇ ਅੰਨ ਦਾਣਾ ਮਿਲਦਾ ਹੈ ਉੱਥੇ ਹੀ ਜਾ ਕੇ ਤੁਸੀਂ ਹਾਜ਼ਰ ਹੋ ਜਾਂਦੇ ਹੋ। ਤੁਹਾਨੂੰ ਆਪਣੀ ਇੱਜ਼ਤ, ਸਵੈਮਾਨ, ਅਣਖ ਇਹ ਭੁੱਲ ਗਈ ਹੈ, ਕੇਵਲ ਪੇਟ ਪੂਰਤੀ ਯਾਦ ਰਹਿ ਗਈ ਹੈ। ਇਹਨਾਂ ਪੰਕਤੀਆਂ ਦੇ ਇਹ ਅਰਥ ਬਣਦੇ ਸੀ, ਨਾ ਕਿ ਦਾਣਿਆਂ ਤੇ ਮੋਹਰਾਂ ਲੱਗੀਆਂ ਹੋਈਆਂ ਨੇ, ਇਹ ਅਰਥ ਇਹਦੇ ਨਹੀਂ ਬਣਦੇ ਸੀ। ਇਹ ਸਾਡੇ ਅਣਜਾਣ ਪ੍ਰਚਾਰਕਾਂ ਵੱਲੋਂ ਇਸ ਤਰ੍ਹਾਂ ਸਟੇਜ ਦੇ ਉੱਤੇ ਲਿਆ ਦਿੱਤਾ ਗਿਆ। ਬਹੁਤ ਦੇਰ ਤੋਂ ਨੌਜਵਾਨਾਂ ਵੱਲੋਂ ਇਹ ਮੰਗ ਉੱਠ ਰਹੀ ਸੀ ਕਿ ਗੁਰਮਤ ਬਾਰੇ ਸਵਾਲ ਜਵਾਬ ਜ਼ਰੂਰ ਹੋਣੇ ਚਾਹੀਦੇ ਨੇ। ਅਸੀਂ ਜੇ ਗੁਰਦੁਆਰਿਆਂ 'ਚੋਂ ਸਵਾਲ ਨਹੀਂ ਕਰ ਸਕਦੇ, ਸਾਡੀ ਤਸੱਲੀ ਨਹੀਂ ਹੁੰਦੀ, ਤਾਂ ਕੋਈ ਤਾਂ ਹੋਵੇ ਜਿਹੜਾ ਸਾਡੀ ਕੁਝ ਤਸੱਲੀ ਕਰਵਾ ਸਕੇ। ਭਾਵੇਂ ਪੂਰੀ ਤਰ੍ਹਾਂ ਤਸੱਲੀ ਤਾਂ ਕੋਈ ਵੀ ਕਿਸੇ ਦੀ ਨਹੀਂ ਕਰਵਾ ਸਕਦਾ, ਵਿਚਾਰਾਂ ਦੇ ਮਤਭੇਦ ਅਕਸਰ ਹੋਇਆ ਕਰਦੇ ਨੇ, ਪਰ ਫਿਰ ਵੀ ਜਿਤਨਾ ਕੁ ਮੈਂ ਕੋਸ਼ਿਸ਼ ਕਰ ਸਕਦਾ ਉਤਨੀ ਕੁ ਕਰ ਰਿਹਾ। ਇਸ ਕਰਕੇ ਹਰ ਸੋਮਵਾਰ ਨੂੰ ਤੁਹਾਨੂੰ ਸਵਾਲਾਂ ਦੇ ਜਵਾਬ YouTube ਤੇ ਅਤੇ ਮੇਰੇ ਫੇਸਬੁੱਕ ਦੇ ਉੱਤੇ ਮਿਲਿਆ ਕਰਨਗੇ। ਤੁਸੀਂ ਜਿਹੜੇ ਵੀ ਸਵਾਲ ਭੇਜੋਗੇ
ਬਸ ਇੰਨਾ ਕਹਿ ਸੰਖੇਪ ਕਰਕੇ ਭੇਜਿਆ ਕਰੋ ਤੇ ਮੈਂ ਸੰਖੇਪ ਹੀ ਜਵਾਬ ਦੇਣ ਦਾ ਯਤਨ ਕਰਾਂਗਾ। ਇੱਕੋ ਸਵਾਲ ਦੀ ਦੁਹਰਾਈ ਕਰੀ ਜਾਣੀ, ਬਾਰ-ਬਾਰ ਉਹਦੇ ਬਾਰੇ ਹੀ ਪੁੱਛੀ ਜਾਣਾ, ਜਿਵੇਂ ਕਿ ਅਕਸਰ ਘੁੰਤਰਾਂ ਲੋਕੀ ਕੱਢਦੇ ਨੇ। ਕਿਰਪਾ ਕਰਕੇ ਇਸ ਤਰ੍ਹਾਂ ਨਾ ਕਰਿਓ। ਜਿਹਨੂੰ ਮੇਰਾ ਜਵਾਬ ਪਸੰਦ ਨਹੀਂ ਆਇਆ ਉਹਨੂੰ ਸਮਝ ਲਿਓ ਕਿ ਇੰਦਰ ਸਿੰਘ ਘੱਗਾ ਦੀ ਜਿੰਨੀ ਮੱਤ ਸੀ ਉਨੀ ਉਹਨੇ ਦੱਸ ਦਿੱਤੀ ਹੈ। ਹੋਰ ਮੱਤ ਕਿਸੇ ਹੋਰ ਵੱਡੇ ਵਿਦਵਾਨ ਤੋਂ ਲਈ ਜਾ ਸਕਦੀ ਹੈ। ਮੇਰਾ ਕੋਈ ਦਾਅਵਾ ਨਹੀਂ ਕਿ ਮੈਂ ਸਭ ਕੁਝ ਜਾਣਦਾ। ਸੋ ਇਹ ਸਵਾਲ ਜਵਾਬਾਂ ਦਾ ਸਿਲਸਿਲਾ ਹਰ ਸੋਮਵਾਰ ਤੁਸੀਂ ਦੇਖ ਸਕਦੇ ਹੋ, ਸੁਣ ਸਕਦੇ ਹੋ। ਜਿਹੜੇ ਵੀ ਤੁਸੀਂ ਸਵਾਲ ਕੀਤੇ ਨੇ ਉਹਨਾਂ ਦੇ ਜਵਾਬ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।